ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਗਟ ਗੁਰਾਂ ਕੀ ਦੇਹ ਕਿਉਂ ਕਹਿੰਦੇ ਆ, ਇਸ ਦੇ ਉੱਤੇ ਇੱਕ ਵਿਚਾਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਦੇਖੀਏ, ਜਦੋਂ ਕਲਗੀਧਰ ਪਿਤਾ ਜੀ ਨੇ ਆਪਣੇ ਅੰਤਮ ਸਮੇਂ ਜਦੋਂ ਸੱਚਖੰਡ ਜਾਣ ਦੀ ਤਿਆਰੀ ਕੀਤੀ ਸੀ, ਉਸ ਟਾਈਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਜੂਰ ਸਾਹਿਬ ਵਿਖੇ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਸੀ। ਤੇ ਨਾਲ ਇਹ ਵੀ ਜਿਹੜਾ ਸੀਗਾ ਉਹ ਦੋਹਰੇ ਦੇ ਅੰਦਰ ਕਿਹਾ ਸੀ ਕਿ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਔਰ ਇਹ ਵੀ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ, ਪਰ ਕਿਸ ਤਰ੍ਹਾਂ ਮੰਨਣਾ? ਪ੍ਰਗਟ ਗੁਰਾਂ ਦੀ ਦੇਹ ਕਰਕੇ ਪੂਜਣਾ ਹੈਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਇਹ ਜਿਹੜੀ ਵਿਚਾਰ ਕਲਗੀਧਰ ਮਹਾਰਾਜ ਨੇ ਇਹ ਸ਼ਬਦ ਗੁਰਬਾਣੀ ਦੇ ਅੰਦਰ ਦੱਸੀ ਆ, ਇਹ ਬੜੀ ਸੂਖਮ ਵਿਚਾਰ ਆ, ਬੜੀ ਬਰੀਕ ਵਿਚਾਰ ਆ, ਪਰ ਇਸ ਨੂੰ ਆਮ ਇਨਸਾਨ ਸਮਝ ਨਹੀਂ ਸਕਦਾ। ਕੇਵਲ ਤੇ ਕੇਵਲ ਇਹ ਜਿਹੜੇ ਬ੍ਰਹਮ ਵੇਤੇ ਆ ਉਹਨਾਂ ਦੀ ਸਮਝ ਦੇ ਅੰਦਰ ਹੀ ਪੈਂਦੀ ਆ। ਦੇਖੋ, ਬਾਬਾ ਨੰਦ ਸਿੰਘ ਹੋਣਾ ਨੇ ਕਿਵੇਂ ਸੰਸਾਰ ਦੇ ਅੰਦਰ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਨਾ, ਇਹ ਸਭ ਨੂੰ ਸਿਖਾਲਿਆ ਹੈ। ਉਹਦੇ ਵਿੱਚ ਦੇਖੋ, ਆਪ ਉਹਨਾਂ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਉੱਪਰ ਕਿਸੇ ਤਖਤ ਆਸਣ ਦੇ ਉੱਤੇ ਸੁਸ਼ੋਭਿਤ ਕਰਨਾ, ਔਰ ਆਪ ਬਿਲਕੁਲ ਟੋਆ ਪੱਟ ਕੇ ਨੀਵੇਂ ਹੋ ਕੇ ਬਹਿਣਾ, ਐਡਾ ਭਾਰੀ ਸਤਿਕਾਰ ਰੱਖਣਾ। ਔਰ ਖਾਸ ਕਰਕੇ ਗਰਮੀਆਂ ਦੇ ਦਿਨਾਂ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੱਖੇ ਝੱਲਣੇ, ਅਤੇ ਸਰਦੀਆਂ ਦੇ ਦਿਨਾਂ ਵਿੱਚ ਰਜਾਈਆਂ ਅਤੇ ਕੰਬਲ ਦੇਣੇ। ਇਹ ਤਾਂ ਬਾਬਾ ਨੰਦ ਸਿੰਘ ਹੋਣਾ ਨੇ ਸੰਸਾਰ ਨੂੰ ਸਿਖਾਲਿਆ। ਔਰ ਨਾਲ ਇਹ ਵੀ ਸਿਖਾਲਿਆ ਕਿ ਹਰ ਰੋਜ਼ ਕਿਵੇਂ, ਜਿਵੇਂ ਅਸੀਂ ਆਪਣੇ ਸਰੀਰ ਦੇ ਵਾਸਤੇ ਭੋਜਨ ਦੀ ਵਰਤੋਂ ਕਰਦੇ ਹਾਂ, ਇਸੇ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ 2 ਟਾਈਮ ਪ੍ਰਸ਼ਾਦੇ ਦਾ ਭੋਗ ਲਵਾਉਣਾ, ਅਤੇ ਨਾਲ ਜਦ ਸਮਾਂ ਬਣਨਾ ਅਤੇ ਫਿਰ ਸਵੇਰ ਅਤੇ ਸ਼ਾਮ ਦੁੱਧ ਦਾ ਵੀ ਭੋਗ ਲਵਾਉਣਾ। ਇਹ ਕਿਉਂ ਬਾਬਾ ਨੰਦ ਸਿੰਘ ਨੇ ਸਿਖਾਲਿਆ? ਕਿਉਂਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਿਲਕੁਲ ਪ੍ਰਤੱਖ ਕਰਕੇ ਪ੍ਰਗਟ ਗੁਰਾਂ ਕੀ ਦੇਹ ਕਰਕੇ ਪੂਜਿਆ ਹੈਗਾ। ਸੋ ਜਿਹੜੇ ਪ੍ਰਗਟ ਗੁਰਾਂ ਕੀ ਦੇਹ ਆ ਨਾ, ਇਸ ਤੋਂ ਜਿਹੜਾ ਆਦਮੀ ਆ, ਕੋਈ ਵੀ ਵਿਅਕਤੀ ਆ, ਉਸ ਨੂੰ ਜਿਸ ਆਦਮੀ ਦੀ ਰੂਹ ਕਿਸੇ ਸਰੀਰ ਦੇ ਅੰਦਰ ਵਾ, ਉਸ ਤੋਂ ਹਰੇਕ ਆਦਮੀ ਜਿਹੜਾ ਹੈ ਨਾ ਕੁਛ ਨਾ ਕੁਛ ਭੈ ਰੱਖਦਾ, ਕੰਨੀ ਕਤਰਾਉਂਦਾ ਹੈਗਾ। ਜਿਵੇਂ ਕਹਿ ਲਓ ਕਿ ਜਿਵੇਂ ਕੋਈ ਰਾਜਾ ਤਖ਼ਤ 'ਤੇ ਬੈਠਾ ਹੋਵੇ ਅਤੇ ਉਸ ਰਾਜੇ ਦੇ ਹੁਕਮ ਦੀ ਜਿਹੜੀ ਆ ਉਹ ਸਾਰੇ ਪਾਸੇ ਜੋ ਹੁਕਮ ਹੁੰਦਾ ਹੈਗਾ, ਉਸ ਹੁਕਮ ਨੂੰ ਸਿਰ ਮੱਥੇ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਕਲਗੀਧਰ ਪਿਤਾ ਜੀ ਨੇ ਆਖਿਆ ਕਿ ਪ੍ਰਗਟ ਗੁਰਾਂ ਕੀ ਦੇਹ ਹੈਗੀ ਆ, ਇਸ ਕਰਕੇ ਇਸ ਤਰ੍ਹਾਂ ਦਾ ਮੰਨਣ ਕਰਨਾ ਹੈਗਾ। ਫਿਰ ਹੀ ਅਸਲੀ ਮਾਇਨੇ ਦੇ ਵਿੱਚ ਗੁਰਸਿੱਖ ਦੇ ਅੰਦਰ ਗੁਰੂ ਦੇ ਪ੍ਰਤੀ ਸ਼ਰਧਾ ਬਣਦੀ ਆ, ਪ੍ਰੇਮ ਬਣਦਾ, ਪਿਆਰ ਬਣਦਾ, ਇਤਫਾਕ ਬਣਦਾ, ਭਰੋਸਾ ਬਣਦਾ, ਔਰ ਗੁਰੂ ਦੀ ਅਪਾਰ ਕਿਰਪਾ ਹੁੰਦੀ ਆ। ਦੇਖੋ, ਜਿੰਨੇ ਵੀ ਫੈਸਲੇ ਬਾਬੇ ਨਾਨਕ ਤੋਂ ਲੈ ਕੇ ਦਸ਼ਮੇਸ਼ ਪਿਤਾ ਜੀ ਤੱਕ ਗੁਰੂ ਸਾਹਿਬਾਨਾਂ ਨੇ ਲਏ ਆ, ਬੜੇ ਵਿਚਿੱਤਰ ਫੈਸਲੇ ਆ। ਪਰ ਅੱਜ ਦੇ ਜਿਹੜੇ ਕਈ ਨਾਸਤਿਕਵਾਦੀ ਐਸੇ ਲੋਕ ਹੁੰਦੇ ਆ ਜਿਹੜੇ ਇਸ ਗੱਲ ਦੇ ਉੱਤੇ ਕਿੰਤੂ ਪ੍ਰੰਤੂ ਕਰਦੇ, ਕਿਉਂਕਿ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ ਨਾ ਉਹ ਖਲ ਦ੍ਰਿਸ਼ਟੀ ਹੁੰਦੀ ਆ। ਹੁਣ ਖਲ ਦ੍ਰਿਸ਼ਟੀ ਦੇ ਅੰਦਰ ਜੋ ਚੀਜ਼ ਸਾਹਮਣੇ ਨਜ਼ਰ ਆਉਂਦੀ ਹੈ ਉਸ ਨੂੰ ਉਸੇ ਤਰ੍ਹਾਂ ਬਿਆਨ ਕੀਤਾ ਜਾਂਦਾ ਹੈ। ਪਰ ਦੇਖੋ, ਜਿਹੜੀ ਬ੍ਰਹਮ ਦ੍ਰਿਸ਼ਟੀ ਆ, ਬ੍ਰਹਮ ਦ੍ਰਿਸ਼ਟੀ ਦੇ ਅੰਦਰ ਬੜੀਆਂ ਸੂਖਮ ਜਿਹੜੀਆਂ ਉਹ ਅੰਦਰ ਭੇਦ ਬਣੇ ਹੁੰਦੇ ਆ, ਉਹਨਾਂ ਭੇਦਾਂ ਨੂੰ ਕੇਵਲ ਤੇ ਕੇਵਲ ਬ੍ਰਹਮ ਗਿਆਨੀ ਪੁਰਸ਼ ਹੀ ਖੋਲ੍ਹਦੇ ਆ। ਜਿਵੇਂ ਸੂਬੇਦਾਰ ਬਘੇਲ ਸਿੰਘ ਜੀ ਇੱਕ ਹੋਏ ਆ ਮਹਾਂਪੁਰਖ, ਉਹਨਾਂ ਨੇ ਵੀ ਇੱਕ ਵਾਰ ਦੱਸਿਆ ਸੀ ਕਿ ਜਦੋਂ ਉਹ ਇੱਕ ਵਾਰ ਫੌਜ ਦੇ ਵਿੱਚ ਉਹਨਾਂ ਟਾਈਮਾਂ ਦੇ ਵਿੱਚ ਅਸਾਮ ਦੇ ਜਿਹੜੇ ਵਾਂਸ ਦੇ ਜੰਗਲ ਆ, ਉੱਥੇ ਜਦ ਉਹਨਾਂ ਦੀ ਯੂਨਿਟ ਗਈ ਸੀ ਤਾਂ ਉਹਨਾਂ ਨੇ ਉਸ ਟਾਈਮ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਸੀ। ਇਹਦੇ ਵਿੱਚ ਉਹਨਾਂ ਇਸ ਯੂਨਿਟ ਨੇ ਉਸ ਬਾਂਸ ਦੇ ਜੰਗਲਾਂ ਦੇ ਅੰਦਰ ਅਖੰਡ ਪਾਠ ਸਾਹਿਬ ਰੱਖਿਆ ਹੋਇਆ ਸੀ। ਸੋ ਭਾਈ ਸਾਹਿਬ ਉਹਨਾਂ ਦੀ ਡਿਊਟੀ ਸੀਗੀ ਕਿ ਤੁਸੀਂ ਇਸ ਸੇਵਾ ਦੇ ਵਿੱਚ ਤਤਪਰ ਰਹਿਣਾ ਹੈਗਾ। ਸੋ ਸੂਬੇਦਾਰ ਬਘੇਲ ਸਿੰਘ ਦੱਸਦੇ ਸੀਗੇ ਕਿ ਜਦੋਂ ਮੈਂ ਇੱਕ ਦਿਨ ਅਖੰਡ ਪਾਠ ਸਾਹਿਬ ਜਿਹੜਾ ਸੀਗਾ ਉਸ ਦੀ ਬਾਣੀ ਨੂੰ ਸਰਵਣ ਕਰ ਰਿਹਾ ਸੀ, ਅਚਨਚੇਤ ਮੇਰੇ ਮਨ ਦੇ ਵਿੱਚ ਫੁਰਨਾ ਬਣਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਗਟ ਗੁਰਾਂ ਕੀ ਦੇਹ ਹੈਗੀ ਆ, ਅਤੇ ਇਹ ਜਿਹੜੀ ਦੇਹ ਸਾਨੂੰ ਨਜ਼ਰ ਕਿਉਂ ਨਹੀਂ ਆਉਂਦੀ? ਕਹਿੰਦੇ ਹਜੇ ਮੈਂ ਇਸ ਤਰ੍ਹਾਂ ਫੁਰਨੇ ਦੇ ਵਿੱਚ ਹੀ ਸੀਗਾ, ਅਚਨਚੇਤ ਕੀ ਹੋਇਆ ਕਿ ਮਹਾਰਾਜ ਦੀ ਤਾਬਿਆਂ 'ਚ ਬੈਠੇ ਜਿਹੜੇ ਗ੍ਰੰਥੀ ਸਿੰਘ ਸੀਗੇ, ਉਹ ਜਿਹੜੇ ਸੀ ਉਹ ਯਕਦਮ ਕਹਿੰਦੇ ਮੈਨੂੰ ਨਜ਼ਰ ਆਉਣੋਂ ਹਟ ਗਏ। ਇੱਕ ਬੜੀ ਅਲੌਕਿਕ ਘਟਨਾ ਉਹਨਾਂ ਟਾਈਮਾਂ ਦੇ ਵਿੱਚ ਉਸ ਬਾਂਸ ਦੇ ਜੰਗਲਾਂ ਦੇ ਵਿੱਚ ਵਰਤੀ ਸੀ, ਔਰ ਕਹਿੰਦੇ ਮੈਂ ਪ੍ਰਤੱਖ ਦੇਖ ਰਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਬੜਾ ਭਾਰੀ ਪ੍ਰਕਾਸ਼ ਨਿਕਲਿਆ। ਔਰ ਇਸ ਪ੍ਰਕਾਸ਼ ਦੇ ਅੰਦਰ 9 ਪਾਤਸ਼ਾਹੀਆਂ ਜਿਹੜੀਆਂ ਸੀਗੀਆਂ
ਉਹ ਯਕਦਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਿਲਕੁਲ ਪਿੱਛੇ ਸਨਮੁਖ ਜਿਹੜੀਆਂ ਸੀਗੀਆਂ ਉਹ ਹੱਥ ਜੋੜ ਕੇ ਖੜੀਆਂ ਸੀ। ਕਹਿੰਦੇ ਜਦੋਂ ਮੈਂ 9 ਪਾਤਸ਼ਾਹਾਂ ਨੂੰ ਤੱਕਿਆ ਔਰ ਮੈਂ ਹੈਰਾਨ ਹੋ ਗਿਆ ਕਿ ਮਹਾਰਾਜ ਦੀ ਤਾਬੇ 'ਚ ਬੈਠੇ ਹੋਏ ਗ੍ਰੰਥੀ ਸਿੰਘ ਕਿਵੇਂ ਅਲੋਪ ਹੋ ਗਏ ਔਰ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਕੇਵਲ ਤੇ ਕੇਵਲ ਤਖਤ 'ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ 9 ਪਾਤਸ਼ਾਹਾਂ ਜਿਹੜੀਆਂ ਸੀ ਉੱਪਰ ਤੱਕ ਦਰਸ਼ਨ ਦੇ ਰਹੀਆਂ ਸੀ। ਔਰ ਕਹਿੰਦੇ ਮੈਂ ਇੰਨੇ ਸਵਾਦ ਰਸ ਦੇ ਵਿੱਚ ਮਗਨ ਹੋ ਗਿਆ ਕਿ ਫਿਰ ਮੇਰੇ ਮਨ ਦੇ ਵਿੱਚ ਫੁਰਨਾ ਬਣਿਆ ਕਿ 9 ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਵਿੱਚ ਆ, ਪਰ ਕਲਗੀਧਰ ਦਸ਼ਮੇਸ਼ ਪਿਤਾ ਨੇ ਆਖਿਆ ਸੀ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਨਾ ਕੀ ਦੇ, ਪਰ ਅਬ ਦਸ਼ਮੇਸ਼ ਪਿਤਾ ਨੇ 9 ਪਾਤਸ਼ਾਹਾਂ ਦੇ ਵਿੱਚ ਹਾਜ਼ਰ ਨਹੀਂ ਆ। ਕਹਿੰਦੇ ਹਜੇ ਮੈਂ ਮਨ 'ਚ ਸੋਚ ਰਿਹਾ ਸੀ, ਯਕਦਮ ਮੈਂ ਕੀ ਦੇਖਿਆ ਕਿ 9 ਪਾਤਸ਼ਾਹਾਂ ਦੇ ਨਾਲ ਮੈਨੂੰ ਕਲਗੀਧਰ ਪਿਤਾ ਵੀ ਜਿਹੜੇ ਸੀ ਉਹ ਨਾਲ ਹੀ ਉਸੇ ਤਰ੍ਹਾਂ ਖੜੇ ਨਜ਼ਰ ਆਏ। ਬਸ ਫਿਰ ਕੀ ਸੀ, ਫਿਰ ਤਾਂ ਕਹਿੰਦੇ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਪਰ ਇਹ ਘਟਨਾ ਤੋਂ ਬਾਅਦ ਕਹਿੰਦੇ ਮੇਰੇ ਮਨ ਦੇ ਅੰਦਰ ਕੋਈ ਸ਼ੰਕਾ ਅਜ ਤੱਕ ਨਹੀਂ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਆ ਪ੍ਰਗਟ ਗੁਰਾਂ ਕੀ ਦੇਹ ਆ, ਹੋਰ ਕੋਈ ਨਹੀਂ ਹੈ। ਕਿਉਂਕਿ ਇਹ ਸ਼ੰਕਾ ਹੈ ਜਿਹੜਾ ਮੇਰੇ ਮਨ ਦੇ ਵਿੱਚ ਕਿਸੇ ਟਾਈਮ ਬੜਾ ਮੱਧਮ ਸੀਗਾ, ਕਿਵੇਂ ਗੁਰੂ ਸਾਹਿਬ ਨੇ ਜਿਹੜੇ ਸੀ ਸਮਾਂ ਪਾ ਕੇ ਪੂਰਾ ਕੀਤਾ ਔਰ ਸਾਨੂੰ ਦੱਸਿਆ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇਸ ਤਰ੍ਹਾਂ ਇੱਕ ਨਹੀਂ ਅਨੇਕਾਂ ਘਟਨਾਵਾਂ ਜਿਹੜੀਆਂ ਹਨ ਗੁਰਸਿੱਖਾਂ ਦੇ ਨਾਲ ਹੋਈਆਂ ਹੈ। ਜਿਵੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣੀ ਸੀ, ਕਹਿੰਦੇ ਵੀ ਮੇਰੇ ਮਨ ਦੇ ਵਿੱਚ ਵੀ ਇੱਕ ਵਾਰੀ ਇੱਕ ਫੁਰਨਾ ਹੋਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਤਾਬਿਆ ਦੇ ਵਿੱਚੋਂ ਵਾਕ ਨਿਕਲਦੇ ਆ ਔਰ ਜਿਹੜਾ ਵਾਹਵਾ ਅੱਖਰ ਵਾ ਜਾਂ ਕੋਈ ਹੋਰ ਅੱਖਰ ਆ ਕਿ ਉਹ ਹੀ ਵਾਹਿਗੁਰੂ ਸ਼ਬਦ ਹੈਗਾ। ਕਹਿੰਦੇ ਕਿ ਮੈਂ ਆਪ ਦੇਖਣਾ ਕਿ ਗੁਰੂ ਗ੍ਰੰਥ ਸਾਹਿਬ ਮੈਨੂੰ ਕੀ ਕਹਿੰਦੇ ਆ। ਕਹਿੰਦੇ ਇੱਕ ਦਿਨ ਮੈਂ ਬਿਲਕੁਲ ਜਦ ਇਸ ਤਿਆਰੀ 'ਚ ਘਰੋਂ ਨਿਕਲਿਆ ਸੀਗਾ, ਇੱਕ ਆਵਾਜ਼ ਬੜੀ ਸੁੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੇਰੇ ਕੰਨਾਂ ਵਿੱਚ ਪਈ ਔਰ ਜਿਵੇਂ ਕੋਈ ਬੜੀ ਮਧੁਰ ਔਰ ਬੜੇ ਰਸ ਭਿੰਨੇ ਆਵਾਜ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੀਰਤਨ ਕਰ ਰਿਹਾ ਹੋਵੇ। ਕਹਿੰਦੇ ਵੀ ਜਿਉਂ-ਜਿਉਂ ਮੈਂ ਜਿਹੜਾ ਸੀ ਗੁਰਦੁਆਰੇ ਸਾਹਿਬ ਅੰਦਰ ਗਿਆ ਅਤੇ ਜਿਉਂ ਹੀ ਮੈਂ ਕਹਿੰਦੇ ਵੀ ਉੱਥੇ ਹਜੇ ਮੂਹਰਲੇ ਗੇਟ 'ਤੇ ਪਹੁੰਚਿਆ, ਕਿਸੇ ਗੁਪਤ ਸ਼ਕਤੀ ਨੇ ਮੈਨੂੰ ਧੱਕਾ ਮਾਰਿਆ ਔਰ ਮੈਂ ਉਹ ਬਾਹਰਲਾ ਦਰਵਾਜ਼ਾ ਜਿੱਥੇ ਖੜ੍ਹਾ ਸੀਗਾ ਮੱਥਾ ਟੇਕੇ ਕਹਿੰਦੇ ਉਹ ਵਿਹੜੇ ਨੂੰ ਵੀ ਲੰਘ ਕੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਿੱਧਾ ਕਹਿੰਦੇ ਡੰਡੌਤ ਬੰਨਣ ਹੋ ਕੇ ਲੰਮਾ ਪੈ ਗਿਆ। ਜਦੋਂ ਕਹਿੰਦੇ ਲੰਮਾ ਪਿਆ ਮੈਂ ਕੀ ਦੇਖਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈਗਾ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦੇ ਵਿੱਚੋਂ ਅਨੰਤ ਸੁਨਹਿਰੀ ਜਿਹੜੀਆਂ ਕਿਰਨਾਂ ਪ੍ਰਕਾਸ਼ ਦੀਆਂ ਪੂਰੇ ਬ੍ਰਹਿਮੰਡ ਨੂੰ ਜਿਹੜੀਆਂ ਹੈ ਉਹ ਜਾ ਰਹੀਆਂ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਹੜਾ ਚੌਰ ਸਾਹਿਬ ਹੈ ਉਹ ਆਪਣੇ ਆਪ ਹੀ ਚੱਲ ਰਿਹਾ ਹੈਗਾ। ਸੋ ਕਹਿੰਦੇ ਵੀ ਜਦ ਮੈਂ ਜਿਹੜਾ ਸੀਗਾ ਪ੍ਰਤੱਖ ਸਾਰਾ ਦ੍ਰਿਸ਼ਟ ਦੇਖਿਆ ਸੀ, ਭਾਈ ਸਾਹਿਬ ਭਾਈ ਰਣਧੀਰ ਸਿੰਘ ਕਹਿੰਦੇ ਸੀ ਮੈਂ ਜੱਕਾ ਹੈਰਾਨ ਹੋ ਗਿਆ ਵੀ ਇਹ ਕੀ ਖੇਡ ਹੋਈ। ਕਹਿੰਦੇ ਜੋ ਮੈਂ ਦੇਖਿਆ ਅਤੇ ਉਸ ਪ੍ਰਕਾਸ਼ ਦੀਆਂ ਕਿਰਨਾਂ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਸ਼ਬਦ ਪੂਰੇ ਬ੍ਰਹਿਮੰਡ ਨੂੰ ਕਹਿੰਦੇ ਪੂਰਾ ਜਿਹੜਾ ਸੀਗਾ ਉਹ ਅਨੰਤਿਤ ਕਰ ਰਿਹਾ ਸੀ ਔਰ ਠੀਕ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜਿੱਥੇ ਕਹਿੰਦੇ ਚੌਰ ਸਾਹਿਬ ਹੋ ਰਿਹਾ ਸੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿੰਦੇ ਵਾਹਿਗੁਰੂ ਸ਼ਬਦ ਜਿਹੜਾ ਸੀਗਾ ਮੈਨੂੰ ਪ੍ਰਤੱਖ ਜਿਹੜਾ ਸੀ ਉਹ ਦਰਸ਼ਨ ਦੇ ਰਿਹਾ ਸੀਗਾ ਅਤੇ ਔਰ ਅਨੰਤ ਪ੍ਰਕਾਸ਼ਮਈ ਕਿਰਨਾਂ ਇਹਦੇ ਵਿੱਚੋਂ ਕਹਿੰਦੇ ਵੀ ਅੰਦਰ ਬਾਹਰ ਜਿਹੜੀਆਂ ਸੀ ਉਹ ਜਾ ਰਹੀਆਂ ਸੀਗੀਆਂ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿੰਨੇ ਵੀ ਮਹਾਂਪੁਰਖ ਹੋਏ ਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਗਟ ਗੁਰਾਂ ਦੀ ਦੇਹ ਕਰਕੇ ਪੂਜਿਆ ਹੈਗਾ। ਅਗਰ ਉਹਨਾਂ ਦੇ ਮਨ ਦੇ ਵਿੱਚ ਕੋਈ ਸ਼ੰਕਾ ਵੀ ਹੋਵੇ ਹੈ ਨਾ ਅਤੇ ਫਿਰ ਗੁਰੂ ਸਾਹਿਬ ਜਿਹੜਾ ਹੈਗਾ ਇਸ ਮੱਧਮ ਸ਼ੰਕੇ ਨੂੰ ਵੀ ਤਤਕਾਲ ਪੂਰਾ ਕਰ ਦਿੰਦੇ ਆ। ਜਿਵੇਂ ਅੱਜ ਦਾਸ ਬਾਬਾ ਅਤਰ ਸਿੰਘ ਮਹਾਂਪੁਰਖ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ 14 ਲੱਖ ਤੋਂ ਵੱਧ ਪ੍ਰਾਣੀ ਨੂੰ ਅੰਮ੍ਰਿਤ ਛਕਾਇਆ, ਕਿਵੇਂ ਇੱਕ ਜਿਹੜਾ ਨਾਸਤਿਕ ਪ੍ਰੇਮੀ ਸੀ ਉਹ ਤਾਂ ਜਿਹੜਾ ਸੀਗਾ ਇਹ ਮਨ ਦੇ ਅੰਦਰ ਜੋ ਸਵਾਲ ਸੀਗਾ ਇੱਕ ਨਾਸਤਿਕਵਾਦੀ ਦਾ, ਉਸ ਨੂੰ ਮਹਾਂਪੁਰਖਾਂ ਨੇ ਕਿਵੇਂ ਜਿਹੜਾ ਸੀ ਪ੍ਰਤੱਖ ਦਿਖਾਇਆ ਸੀ। ਇੱਕ ਵਾਰ ਕੀ ਹੋਇਆ ਸੀਗਾ ਕਿ ਇੱਕ ਨਾਸਤਿਕ ਮਹਾਂਪੁਰਖ ਬਾਬਾ ਅਤਰ ਸਿੰਘ ਹੋਣਾ ਦੇ ਪਾਸ ਆਇਆ ਔਰ ਇਸ ਵਿਸ਼ੇ ਦੇ ਵਿਚਾਰ ਉਹਨੇ ਕਰ ਲਈ ਕਿ ਅਗਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਗਟ ਗੁਰਾਂ ਦੀ ਦੇਹ ਹੈਗੀ ਆ, ਤੁਸੀਂ ਪ੍ਰਗਟ ਗੁਰਾਂ ਦੀ ਦੇਹ ਕਰਕੇ ਪੂਜਦੇ ਆ, ਅਤੇ ਫਿਰ ਮੈਨੂੰ ਇਹ ਦੱਸੋ ਵੀ ਜਿਹੜੇ ਵੀ ਦੇਹ ਦੇ ਅੰਦਰ ਗੁਰੂ ਹੁੰਦੇ ਆ ਉਹ ਸਵਾਸ ਵੀ ਲੈਂਦੇ ਆ, ਖਾਂਦੇ ਪੀਂਦੇ ਵੀ ਆ ਔਰ ਸਾਰੀ ਜਿਹੜੀ ਅੰਦਰਵਾਦ ਦੀ ਕਿਰਿਆ ਹੈਗੀ ਉਹ ਵੀ ਕਰਦੇ, ਸਾਰਾ ਕੁਛ ਜਿਹੜਾ ਹੈਗਾ ਉਹ ਸੰਸਾਰ ਨੂੰ ਅੰਦਰੋਂ ਬਾਹਰੋਂ ਦੇਖਦੇ ਤੱਕਦੇ ਆ। ਉਸ ਨੇ ਇਸ ਤਰ੍ਹਾਂ ਦੇ ਕਈ ਅਨੇਕਾਂ ਜਿਹੜੇ ਸਵਾਲ ਸੀਗੇ ਉਹ ਬਾਬਾ ਅਤਰ ਸਿੰਘ ਹੋਣਾ ਦੇ ਨਾਲ ਕੀਤੇ ਸੀ। ਜਦ ਸਾਰੇ ਸਵਾਲ ਕੀਤੇ ਅਤੇ ਫਿਰ ਬਾਬਾ ਅਤਰ ਸਿੰਘ ਕਹਿਣ ਲੱਗੇ, ਕਹਿੰਦੇ ਦੇਖ ਪ੍ਰੇਮੀਆਂ, ਜੋ ਕਲਗੀਧਰ ਮਹਾਰਾਜ ਦੀ ਕਲਮ ਨੇ ਲਿਖ ਦਿੱਤਾ ਹੈ ਨਾ, ਕਹਿੰਦੇ ਇਸ ਨੂੰ ਦੁਨੀਆ ਦੀ ਕੋਈ ਤਾਕਤ ਕੱਟ ਨਹੀਂ ਸਕਦੀ ਹੈ। ਜੋ ਮਹਾਰਾਜ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਅਸਲ ਦੇ ਵਿੱਚ ਗੁਰੂ ਜਿਹੜਾ ਹੁੰਦਾ ਹੈਗਾ ਉਹ ਸ਼ਬਦ ਹੁੰਦਾ, ਗੁਰੂ ਦੇਹ ਨਹੀਂ ਹੁੰਦਾ ਹੈਗਾ। ਕਿ ਉਹ ਜਿਹੜੀ ਦੇਹ ਹੈਗੀ ਆ ਇਹ ਤਾਂ ਪੈਦਾ ਹੁੰਦੀ ਅਤੇ ਨਾਸ ਹੁੰਦੀ ਹੈ, ਪਰ ਸ਼ਬਦ ਜਿਹੜਾ ਨਾ ਪੈਦਾ ਹੁੰਦਾ ਨਾ ਨਾਸ ਹੁੰਦਾ, ਸਦਾ ਅਟਲ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈਗੇ ਉਹ ਸ਼ਬਦ ਰੂਪ ਦੇਹ ਹੈਗੀ। ਫਿਰ ਉਹਨੇ ਕਿਹਾ ਅਗਰ ਸ਼ਬਦ ਰੂਪੀ ਦੇਹ ਹੈਗੇ ਤਾਂ ਮੈਨੂੰ ਇਹ ਦੱਸੋ ਕਿ ਇਹ ਜਿਹੜੀ ਸ਼ਬਦ ਰੂਪੀ ਦੇਹ ਹੈਗੀ ਕਿ ਇਹ ਸਾਸ ਵੀ ਲੈਂਦੀ ਆ, ਇਹਦਾ ਦਿਲ ਵੀ ਧੜਕਦਾ ਹੈਗਾ। ਇਸ ਆਦਿਕ ਜਿਹੜੇ ਸੀ ਉਹਨੇ ਆਪਣੀ ਬੁੱਧੀ ਮੱਤ ਦੇ ਨਾਲ ਜੋ ਜਿਹੜੇ ਸਵਾਲ ਸੀ ਬਾਬਾ ਅਤਰ ਸਿੰਘ ਹੋਣਾ ਦੇ ਨਾਲ ਕੀਤੇ ਸੀ। ਅਤੇ ਬਾਬਾ ਜੀ ਕਹਿਣ ਲੱਗੇ ਚੰਗਾ ਪੁਰਖਾ ਇਸ ਤਰ੍ਹਾਂ ਕਰ, ਅੱਜ ਤੂੰ ਸਾਡੇ ਨਾਲ ਰਹਿ ਅਤੇ ਅੱਜ ਤੇਰੇ ਸਵਾਲ ਦਾ ਜਵਾਬ ਤੈਨੂੰ ਖੁਦ ਬਖੁਦ ਮਿਲ ਜਾਊਗਾ।
ਸੋ ਉਹ ਜਿਹੜਾ ਨਾਸਤਿਕ ਪ੍ਰੇਮੀ ਸੀਗਾ ਉਹ ਬਾਬਾ ਅਤਰ ਸੋਹਣਾ ਦੇ ਨਾਲ ਰਿਹਾ। ਜਦ ਸ਼ਾਮ ਹੋਈ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁੱਖ ਆਸਣ ਕਰਦੇ ਆ, ਉਸ ਟਾਈਮ ਬਾਬਾ ਅਤਰ ਸੋਹਣਾ ਨੇ ਆਪ ਜਿਹੜਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੱਥੀਂ ਸੁੱਖ ਆਸਣ ਕੀਤਾ। ਸੁੱਖ ਆਸਣ ਕਰਨ ਤੋਂ ਬਾਅਦ ਜਦੋਂ ਫਿਰ ਬਾਬਾ ਅਤਰ ਸੋਹਣਾ ਨੇ ਅਰਦਾਸਾ ਸੋਧਿਆ, ਅਰਦਾਸਾ ਸੋਧਣ ਤੋਂ ਬਾਅਦ ਉਹ ਜਿਹੜਾ ਪ੍ਰੇਮੀ ਨਾਸਤਿਕ ਸੀ ਉਹਨੂੰ ਕਹਿਣ ਲੱਗੇ, ਕਹਿੰਦੇ ਲੈ ਭਾਈ, ਤੇਰੇ ਮਨ ਦਾ ਜੋ ਵੀ ਸ਼ੰਕਾ ਹੈ ਨਾ, ਤੂੰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾ ਕੇ ਦੇਖ ਲੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਗਟ ਗੁਰਾਂ ਕੀ ਦੇ ਆ ਜਾਂ ਕੁਛ ਹੋਰ ਹੈਗੀ ਆ। ਜਦ ਇੰਨੀ ਗੱਲ ਹੋਈ ਸੀ, ਉਹ ਪ੍ਰੇਮੀ ਜਿਹੜਾ ਸੀਗਾ ਜਦੋਂ ਸਤਿਗੁਰਾਂ ਜੀ ਦੇ ਪਾਸ ਜਿੱਥੇ ਸੁੱਖ ਆਸਣ ਵਾਲਾ ਕਮਰਾ ਸੀ, ਜਦੋਂ ਉੱਥੇ ਪਹੁੰਚਿਆ ਅਤੇ ਉਹਨੇ ਕੀ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਜਿਹੜਾ ਦਿੱਤਾ ਸੁੰਦਰ ਮਾਲਾ ਸੀਗਾ ਹੈ ਨਾ, ਉਹ ਥੋੜ੍ਹਾ ਥੋੜ੍ਹਾ ਉੱਪਰ ਨੀਚੇ ਹੋ ਰਿਹਾ ਸੀਗਾ। ਜਦ ਉਹਨੇ ਤੱਕਿਆ ਤਾਂ ਉਹ ਪਹਿਲਾਂ ਤਾਂ ਤੱਕਦਾ ਰਹਿ ਗਿਆ, ਬੜਾ ਹੈਰਾਨ ਹੋਇਆ। ਫਿਰ ਉਹਨੇ ਮਨ 'ਚ ਸੋਚਿਆ ਵੀ ਹੋ ਸਕਦਾ ਹੈ ਮੇਰੇ ਮਨ ਦਾ ਭਰਮ ਹੋਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਿੱਤਾ ਰੁਮਾਲਾ ਜਿਹੜਾ ਉੱਪਰ ਥੱਲੇ ਹੋ ਰਿਹਾ, ਕੋਈ ਪੱਖਾ ਨਹੀਂ ਹੋ ਰਿਹਾ, ਕੋਈ ਕੁਛ ਨਹੀਂ ਹੋ ਰਿਹਾ, ਪਰ ਜਿਹੜਾ ਰੁਮਾਲਾ ਹੈਗਾ ਸਹਿਜ ਨਾਲ ਉੱਪਰ ਸਹਿਜ ਨਾਲ ਜਿਹੜਾ ਸੀ ਥੱਲੇ ਹੋ ਰਿਹਾ ਹੈਗਾ, ਮੈਂ ਦੇਖਣ ਤਾਂ ਸਹੀ। ਉਸ ਨਾਸਤਿਕ ਪ੍ਰੇਮੀ ਨੇ ਜਿਉਂ ਹੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਰੁਮਾਲੇ ਦੇ ਉੱਪਰ ਆਪਣਾ ਹੱਥ ਰੱਖਿਆ ਅਤੇ ਉਹਨੇ ਕੀ ਮਹਿਸੂਸ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਜਿਵੇਂ ਸਾਡਾ ਦਿਲ ਧੜਕਦਾ ਹਨ, ਇਸ ਤਰ੍ਹਾਂ ਦੀ ਆਵਾਜ਼ ਉਹਨੂੰ ਪ੍ਰਤੀਤ ਹੋਈ। ਅਤੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਵੇਂ ਸਵਾਸ ਆਮ ਇਨਸਾਨ ਲੈਂਦਾ ਹੈਗਾ, ਇਸ ਤਰ੍ਹਾਂ ਸਵਾਸ ਲੈਂਦੇ ਵੀ ਪ੍ਰਤੀਤ ਹੋਏ। ਜਦੋਂ ਉਹਨੇ ਇਹ ਘਟਨਾ ਜਿਹੜੀ ਸੀ, ਬਾਬਾ ਅਤਰ ਸੋਹਣੀ ਜਦੋਂ ਖੜ੍ਹੇ ਸੀਗੇ ਅਤੇ ਆਪ ਵੀ ਤੱਕ ਰਹੇ ਸੀ, ਉਹ ਸੱਜਣ ਨੇ ਵੀ ਦੇਖੀ, ਉਹ ਦੰਗ ਰਹਿ ਗਿਆ। ਉਹਨੇ ਵਾਰ-ਵਾਰ ਇਹਦੇ ਉੱਤੇ ਆਪਣਾ ਹੱਥ ਰੱਖ ਕੇ ਅਤੇ ਇਹ ਜਿਹੜੀ ਚੀਜ਼ ਸੀ ਦੁਬਾਰਾ ਪ੍ਰਤੀਤ ਕੀਤੀ। ਮਨ ਦੇ ਵਿੱਚ ਸ਼ੰਕਾ ਹੋ ਗਿਆ ਕਿ ਕਿਤੇ ਇਹ ਮੇਰਾ ਭਰਮ ਤਾਂ ਨਹੀਂ, ਮੇਰਾ ਵਹਿਮ ਤਾਂ ਨਹੀਂ। ਪਰ ਉਹ ਜਦ ਨਜ਼ਰ ਦੇ ਨਾਲ ਦੇਖੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਦਿੱਤਾ ਜਿਹੜਾ ਰੁਮਾਲਾ ਸੀਗਾ ਉਹ ਉੱਪਰ ਥੱਲੇ ਹੋਵੇ, ਪਰ ਜਦੋਂ ਹੱਥ ਲਾਵੇ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਜਿਵੇਂ ਦਿਲ ਧੜਕਦਾ ਹੈ, ਇਸ ਤਰ੍ਹਾਂ ਦੀ ਜਿਹੜੀ ਧੜਕਣ ਦੀ ਆਵਾਜ਼ ਆਵੇ ਅਤੇ ਨਾਲ ਸਵਾਸਾਂ ਦੀ ਵੀ ਜਿਹੜੀ ਆਵਾਜ਼ ਆਵੇ ਕਿ ਕਿਵੇਂ ਜਿਵੇਂ ਆਮ ਇਨਸਾਨ ਆਦਮੀ ਜਿਹੜਾ ਹੈਗਾ ਸਵਾਸ ਲੈਂਦਾ, ਅੰਦਰ ਬਾਹਰ ਸਵਾਸਾਂ ਦੀ ਪ੍ਰਕਿਰਿਆ ਕਰਦਾ, ਇਸ ਤਰ੍ਹਾਂ ਉਸ ਨੂੰ ਮਾਲੂਮ ਹੋਵੇ। ਬਸ ਫਿਰ ਕੀ ਸੀ, ਉਹਨੂੰ ਜਿਹੜੀ ਸੀ ਸਾਰੇ ਸ਼ੰਕਿਆਂ ਦਾ ਜਵਾਬ ਮਿਲ ਗਿਆ। ਜਵਾਬ ਮਿਲ ਗਿਆ, ਯਕਦਮ ਉਹ ਘਬਰਾ ਕੇ ਜਦ ਪਿੱਛੇ ਹਟਿਆ ਅਤੇ ਬਾਬਾ ਅਤਰ ਸੋਹਣਾ ਦੇ ਚਰਨਾਂ 'ਚ ਡਿੱਗ ਪਿਆ। ਜਦੋਂ ਬਾਬਾ ਅਤਰ ਸੋਹਣਾ ਦੇ ਚਰਨਾਂ 'ਚ ਡਿੱਗਿਆ ਅਤੇ ਮਹਾਂਪੁਰਖ ਕਹਿਣ ਲੱਗੇ, ਹਾਂ ਪੁਰਖਾ ਦੱਸ, ਕੀ ਤੈਨੂੰ ਤੇਰੇ ਸਾਰੇ ਸਵਾਲਾਂ ਦਾ ਜਵਾਬ ਮਿਲ ਗਿਆ? ਉਹ ਕਹਿਣ ਲੱਗਾ, ਬਾਬਾ ਜੀ ਤੁਸੀਂ ਅੱਜ ਤੋਂ ਬਾਅਦ ਕਹੋ ਜਾਂ ਨਾ ਕਹੋ, ਮੈਂ ਇਹ ਅੱਜ ਰੋਜ਼ ਇਕੱਲੇ ਨੂੰ ਉੱਚੀ ਇਹੋ ਹੀ ਕਹਾਂਗਾ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਮੈਂ ਆਪ ਘਰ ਘਰ ਜਾ ਕੇ ਇਹ ਜਿਹੜਾ ਪ੍ਰਚਾਰ ਕਰਾਂਗਾ, ਕਿਉਂਕਿ ਮੇਰੀਆਂ ਜਿਹੜੀਆਂ ਨਜ਼ਰਾਂ ਧੋਖਾ ਖਾ ਸਕਦੀਆਂ ਹੈਗੀਆਂ, ਸੰਸਾਰੀ ਅਕਲਾਂ ਧੋਖਾ ਖਾ ਸਕਦੀਆਂ, ਸਿਆਣਪਾਂ ਧੋਖਾ ਖਾ ਸਕਦੀਆਂ ਹੈ, ਪਰ ਜਦੋਂ ਗੁਰੂ ਦ੍ਰਿਸ਼ਟੀ ਦਿੰਦਾ, ਜਿਵੇਂ ਗੁਰਬਾਣੀ ਦਾ ਫਰਮਾਨ ਕਿ ਗਿਆਨ ਅੰਜਨ ਗੁਰ ਦੀਆ ਅਗਿਆਨ ਅਧੇਰ ਬਨਾਸ਼, ਵੀ ਮੇਰਾ ਹੁਣ ਅਗਿਆਨਤਾ ਦਾ ਹਨੇਰਾ ਜਿਹੜਾ ਦੂਰ ਹੋ ਗਿਆ ਜਦੋਂ ਗੁਰੂ ਨੇ ਗਿਆਨ ਰੂਪੀ ਅੰਜਨ ਮੇਰੇ ਨੇਤਰਾਂ ਦੇ ਵਿੱਚ ਪਾਤਾ ਹੈਗਾ। ਅਤੇ ਤੁਸੀਂ ਕਿਰਪਾ ਕੀਤੀ ਆ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਹ ਗੁੱਝੇ ਰਹੱਸ ਨੂੰ ਇੱਕ ਪਲ ਦੇ ਵਿੱਚ ਕਿਵੇਂ ਸੁਲਝਾਤਾ ਹੈਗਾ। ਅੱਜ ਕਹਿੰਦੇ ਇੱਥੇ ਸੰਸਾਰੀ ਅਕਲ ਜਿਹੜੀ ਉਹ ਕੰਮ ਨਹੀਂ ਕਰ ਸਕਦੀ, ਕੇਵਲ ਅਤੇ ਕੇਵਲ ਇੱਕ ਜਿਹੜੀ ਪ੍ਰਤੀਤ ਹੈ ਗੁਰੂ ਦੇ ਪ੍ਰਤੀ ਭਾਵਨਾ ਉਹੀ ਕੰਮ ਕਰਦੀ ਹੈ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਆ ਉਹ ਜਿਵੇਂ ਆਮ ਮਨੁੱਖ ਹੈਗਾ ਇਸ ਤਰ੍ਹਾਂ ਸਵਾਸ ਵੀ ਲੈਂਦੇ ਆ, ਉਹਨਾਂ ਦਾ ਦਿਲ ਵੀ ਧੜਕਦਾ ਹੈਗਾ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਆ ਅੱਜ ਕਹਿੰਦੇ ਮੈਨੂੰ ਸਮਝ ਲੱਗੀ ਕਿ ਕਿਉਂ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ 2 ਟਾਈਮ ਪ੍ਰਸ਼ਾਦੇ ਦਾ ਭੋਗ ਲਵਾਉਂਦੇ ਸੀ, ਦੁੱਧ ਦਾ ਭੋਗ ਛਕਾਉਂਦੇ ਹੁੰਦੇ ਸੀ। ਇਹ ਗੱਲਾਂ ਜਿਹੜੀਆਂ ਕਹਿੰਦੇ ਅੱਜ ਮੈਨੂੰ ਸਮਝ ਆਈਆਂ, ਔਰ ਅੱਜ ਮੈਨੂੰ ਕਲਗੀਧਰ ਮਹਾਰਾਜ ਦੀ ਜਿਹੜੀ ਲਿਖੀ ਕਲਮ ਹੈਗੀ ਆ ਇਹਦੇ ਉੱਤੇ ਐਡਾ ਅਟੁੱਟ ਵਿਸ਼ਵਾਸ, ਪ੍ਰੇਮ ਅਤੇ ਸ਼ਰਧਾ ਬਣ ਗਿਆ ਜਿਹਦੇ ਵਿੱਚ ਮਹਾਰਾਜ ਨੇ ਸਾਨੂੰ ਆਖਿਆ ਸੀ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਕਿਉਂਕਿ ਪ੍ਰਗਟ ਪ੍ਰਤੱਖ ਗੁਰਾਂ ਦੀ ਦੇਹ ਹੈਗੀ ਆ। 10 ਪਾਤਸ਼ਾਹਾਂ ਦੀ ਜੋਤ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈਗੇ ਆ। ਇਸੇ ਕਰਕੇ ਅਸੀਂ ਅਰਦਾਸ ਦੇ ਵਿੱਚ ਆਖਦੇ ਹਾਂ ਕਿ 10 ਪਾਤਸ਼ਾਹਾਂ ਕੀ ਆਤਮਿਕ ਜੋਤ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸੋ ਇਸੇ ਕਰਕੇ ਭਾਈ ਮਹਾਂਪੁਰਖਾਂ ਦੀਆਂ ਜੋ ਸਾਨੂੰ ਸਮਝਾਈਆਂ ਹੋਈਆਂ ਗੱਲਾਂ ਹੈਗੀਆਂ, ਇਹਨਾਂ ਗੱਲਾਂ ਨੂੰ ਸਾਨੂੰ ਬੜੇ ਯਕੀਨ, ਭਰੋਸੇ, ਸ਼ਰਧਾ ਅਤੇ ਪ੍ਰੇਮ ਦੇ ਵਿੱਚ ਮੰਨਣ ਕਰਕੇ ਆਪਣੇ ਮਨ ਦਾ ਕੋਈ ਵੀ ਅਗਰ ਸ਼ੰਕਾ ਹੋਵੇ ਉਸ ਸ਼ੰਕੇ ਨੂੰ ਨਿਵਰਤ ਕਰਨ ਵਾਸਤੇ ਗੁਰੂ ਸਾਹਿਬ ਦੇ ਪ੍ਰਤੀ ਅਰਦਾਸ ਕਰੀਏ ਤਾਂ ਗੁਰੂ ਸਾਹਿਬ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਫੌਰਨ ਤਤਕਾਲ ਦੇ ਦਿੰਦੇ ਆ। ਅਸਲ ਦੇ ਵਿੱਚ ਕੀ ਹੁੰਦਾ ਹੈਗਾ ਕਿ ਇਹ ਸ਼ੰਕੇ ਜਿਹੜੇ ਆ ਉਹਨਾਂ ਆਮ ਗੁਰਮੁਖਾਂ ਦੇ ਅੰਦਰ ਹੀ ਪੈਦਾ ਹੁੰਦੇ ਆ ਜਿਨ੍ਹਾਂ ਦਾ ਹਜੇ ਗੁਰੂ ਦੇ ਪ੍ਰਤੀ ਉਹਨਾਂ ਸਨੇਹ, ਪ੍ਰੇਮ, ਪਿਆਰ ਨਹੀਂ ਬਣਿਆ ਹੁੰਦਾ। ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅੱਖਾਂ ਮੀਟ ਕੇ ਆਪਣੇ ਪ੍ਰਗਟ ਗੁਰਾਂ ਦੀ ਦੇਹ ਕਰਕੇ ਨਵਾਜਦੇ ਆ, ਉਹਨਾਂ ਦੇ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਹੁੰਦਾ। ਇਸੇ ਕਰਕੇ ਉਹਨਾਂ ਦਾ ਲੋਕ ਅਤੇ ਪਰਲੋਕ ਜਿਹੜਾ ਹੈਗਾ ਉਹ ਪਹਿਲ ਦੇ ਆਧਾਰ ਦੇ ਉੱਤੇ ਪੂਰਾ ਹੁੰਦਾ ਹੈ, ਕਿਉਂਕਿ ਪਰਮੇਸ਼ਰ ਨੂੰ ਕਿਸੇ ਸ਼ੰਕੇਵਾਦੀ ਜਿਹੜੀ ਆ ਉਹ ਕਿਸੇ ਪ੍ਰੇਮੀ ਦੀ ਲੋੜ ਨਹੀਂ ਹੁੰਦੀ। ਹਾਂ, ਉਹ ਪ੍ਰੇਮੀ ਚਾਹੀਦਾ ਹੈਗਾ ਜਿਹੜਾ ਬਿਲਕੁਲ
ਗੁਰੂ ਸਾਹਿਬ ਦੇ ਜਿੰਨੇ ਵੀ ਜਿਹੜੇ ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਲਿਖੇ ਅੱਖਰ ਆ, ਇਹਨਾਂ ਇੱਕ ਇੱਕ ਅੱਖਰਾਂ ਦੇ ਉੱਤੇ ਆਪਣਾ ਪੂਰਨ ਵਿਸ਼ਵਾਸ ਰੱਖ ਕੇ ਗੁਰੂ ਗ੍ਰੰਥ ਸਾਹਿਬ ਨੂੰ ਸ਼ਰਧਾ ਅਤੇ ਪਿਆਰ ਦੇ ਨਾਲ ਆਪਣਾ ਗੁਰੂ ਪਿਤਾ ਮੰਨ ਕੇ ਉਸ ਦੇ ਭੈ ਅਤੇ ਆਦਤ ਦੇ ਵਿੱਚ ਰਹੇ ਅਤੇ ਗੁਰੂ ਗ੍ਰੰਥ ਸਾਹਿਬ ਦਾ ਮੰਨਣ ਕਰਕੇ ਆਪਣਾ ਲੋਕ ਅਤੇ ਪਰਲੋਕ ਸੁਖੀ ਬਣਾਵੇ। ਸੋ ਦਾਸ ਇੰਨੇ ਹੀ ਵਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।